आप लिहो तुम कथा सुधाई। सम्मत एक फिरे जग खोजत, जे साधिक परलोक उदार। कह निज बचन शांत दे चित को, ऐसो कतहू नहीं निहार। वाहिगुरु जी का खालसा, वाहिगुरु जी की फतेह। सतगुਰਾਂ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। जिन के भाग बड़े हैं भाई, तिन साधु संग मुख जुरे। बहुत वड्डे भाग होण ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਤ ਸੰਗਤ ਪ੍ਰਾਪਤ ਹੁੰਦੀ ਹੈ। ਗੁਰੂ ਕੇ ਪਾਵਨ ਚਰਨਾਂ 'ਚ ਬੈਠ ਕੇ ਆਪ ਜੀ ਨੇ ਸੋਧਾ ਰਹਿਰਾਸ ਸਾਹਿਬ ਜੀ ਦੇ ਪਾਠ ਔਰ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ। ਪਰਮ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਕੀਰਤਨੀਏ, ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜੋ ਸੰਗੀਤ ਵਿਭਾਗ ਦੇ ਮੁਖੀ ਹਨ। ਪੰਥ ਖਾਲਸੇ ਵਿੱਚ ਆਪ ਜੀ ਦਾ ਵਿਸ਼ੇਸ਼ ਯੋਗਦਾਨ ਗੁਰਮਤਿ ਸੰਗੀਤ ਦੇ ਸੰਬੰਧ ਵਿੱਚ ਹੈ। ਦਾਸ ਦੇ ਵੀ ਕੁਝ ਵਿਦਿਆਰਥੀ ਯੂਨੀਵਰਸਿਟੀ 'ਚ ਇਹਨਾਂ ਕੋਲ ਰਹਿ ਕੇ ਵਿਦਿਆ ਪੜ੍ਹਦੇ ਹਨ ਔਰ ਸਾਰੇ ਪੰਥ ਵਿੱਚ ਇਹਨਾਂ ਦੇ ਵਿਦਿਆਰਥੀ ਸੇਵਾ ਨਿਭਾ ਰਹੇ ਹਨ। ਸੱਚੇ ਪਾਤਸ਼ਾਹ ਮਹਾਰਾਜ ਨੇ ਇਹਨਾਂ 'ਤੇ ਬੜੀ ਕਿਰਪਾ ਕੀਤੀ। ਆਪ ਜੀ ਨੂੰ ਗੁਰਮਤਿ ਦੀਆਂ ਪੁਰਾਤਨ ਸੰਗੀਤ ਦੀਆਂ ਜੋ ਰੀਤਾਂ ਹਨ, ਪੜਤਾਲ ਆਦਿਕ, ਉਹ ਸਰਵਣ ਕਰਾਈਆਂ। ਆਪਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਗੁਰਬਾਣੀ ਦਾ ਆਨੰਦ ਮਾਣ ਰਹੇ ਸੀ, ਕਿਉਂਕਿ ਸਤਿਗੁਰੂ ਜੀ ਨੇ ਗੁਰਬਾਣੀ ਰਾਗਾਂ ਵਿੱਚ ਲਿਖ ਕੇ ਸਾਡੇ 'ਤੇ ਬੜਾ ਭਾਰੀ ਉਪਕਾਰ ਕੀਤਾ। ਇਹ ਖਜ਼ਾਨਾ ਬਖਸ਼ਿਆ ਜਿੰਨੀ ਛੇਤੀ ਸਾਡੇ ਮਨ ਨੂੰ ਰਾਗ ਪ੍ਰਭਾਵਿਤ ਕਰਦਾ ਹੈ, ਦਰਵਿਤ ਕਰਦਾ ਹੈ, ਹੋਰ ਕੋਈ ਵਸੀਲਾ ਇਸ ਮਨ ਨੂੰ ਟਿਕਾਣ ਦਾ ਓਨਾ ਵਧੀਆ ਹੈ ਨਹੀਂ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਬੜੀ ਛੇਤੀ ਪਰਮੇਸ਼ਰ ਨਾਲ ਧਿਆਨ ਲਾ ਦਿੰਦਾ ਹੈ, ਸਾਡਾ ਮਨ ਇਕਾਗਰ ਕਰ ਦਿੰਦਾ ਹੈ। ਸੋ ਭਾਈ ਸਾਹਿਬ ਜੀ ਨੇ, ਸਤਿਕਾਰਯੋਗ ਡਾਕਟਰ ਸਾਹਿਬ ਜੀ ਨੇ ਜਥੇ ਸਮੇਤ ਹਾਜ਼ਰੀ ਭਰੀ ਹੈ। ਕੱਲ੍ਹ ਨੂੰ ਵੀ ਦੁਪਹਿਰ ਦੇ ਸਮੇਂ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਹਨ ਔਰ ਆਉਣ ਵਾਲੇ ਦਿਨਾਂ ਵਿੱਚ ਸਾਡੇ ਕੋਲ ਬੜੇ ਗੁਣੀ ਗਿਆਨੀ ਵਿਦਵਾਨ, ਕਥਾਵਾਚਕ ਵਿਦਵਾਨ ਪਹੁੰਚ ਰਹੇ ਨੇ। ਕੱਲ੍ਹ ਵੀ ਸਤਿਕਾਰਯੋਗ ਗਿਆਨੀ ਸੁੱਖਾ ਸਿੰਘ ਜੀ ਯੂਕੇ ਵਾਲੇ, ਜੋ ਕਿ ਨੌਜਵਾਨ ਬੱਚਿਆਂ ਵਿੱਚ ਖਾਸ ਕਰਕੇ ਬਹੁਤ ਹਰਮਨ ਪਿਆਰੇ ਹਨ, ਇੰਗਲਿਸ਼ ਵਿੱਚ ਕਥਾ ਕਰਦੇ ਹਨ। ਉਹ ਵੀ ਕੱਲ੍ਹ 7 ਤੋਂ 8 ਵਜੇ ਤੱਕ ਸ਼ਾਮ ਦਾ ਦੀਵਾਨ ਉਹਨਾਂ ਨੇ ਇੱਥੇ ਗੁਰੂ ਮਹਾਰਾਜ ਦੇ ਘਰ ਸਾਨੂੰ ਬਖਸ਼ਿਆ ਹੈ। ਸੋ ਸਾਰੀ ਸੰਗਤ ਨੂੰ ਬੇਨਤੀ ਹੈ, ਕੱਲ੍ਹ ਨੂੰ ਆਪਾਂ ਹਾਜ਼ਰੀਆਂ ਭਰੀਏ, ਗਿਆਨੀ ਸੁੱਖਾ ਸਿੰਘ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ। ਆਓ ਹੁਣ ਸਮਾਂ ਹੈ ਲੜੀਵਾਰ ਗੁਰ ਇਤਿਹਾਸ ਦੀ ਪਾਵਨ ਪਵਿੱਤਰ ਕਥਾ ਦਾ। ਸਾਹਿਬ ਪੰਜਵੇਂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਸਾਡੇ 'ਤੇ ਪਰਉਪਕਾਰ ਕੀਤਾ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾ ਰਹੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਾਰੀ ਲੱਗੇ ਨੇ, ਸਤਿਗੁਰੂ ਬਾਣੀ ਲਿਖਵਾ ਰਹੇ ਨੇ। ਬੜੀਆਂ ਮਹਾਨ ਪਵਿੱਤਰ ਆਤਮਾਵਾਂ ਭਗਤ ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, ਫਰੀਦ ਜੀ, ਸਧਨਾ ਜੀ, ਧੰਨਾ ਜੀ, ਪੀਪਾ ਜੀ, ਸੈਣ ਜੀ, ਜੈਦੇਵ ਜੀ, ਬੇਣੀ ਜੀ ਆਦਿਕ 15 ਭਗਤ ਸੱਚਖੰਡ ਤੋਂ ਆਏ, ਆਪਣੀ ਬਾਣੀ ਦਰਜ ਕਰਵਾਈ। ਉਹਨਾਂ ਤੋਂ ਬਾਅਦ ਭੱਟਾਂ ਦੀ ਵਾਰੀ ਆਈ ਹੈ। ਇਹ ਭੱਟ ਵੀ ਗੁਰੂ ਸਾਹਿਬਾਂ ਦੇ ਚਰਨਾਂ 'ਚ ਹਾਜ਼ਰ ਹੋਏ ਨੇ। ਇਹਨਾਂ ਦੀ ਹਾਲਤ ਬੜੀ ਤਰਸਯੋਗ ਬਣੀ ਹੋਈ ਸੀ, ਕਿਉਂਕਿ ਇਹ ਆਪਣੀ ਉੱਚ ਪਦਵੀ ਤੋਂ, ਅਧਿਆਤਮ ਪਦਵੀ ਤੋਂ ਭਟਕ ਕੇ ਕਿਸੇ ਪੂਰੇ ਗੁਰੂ ਦੀ ਤਲਾਸ਼ ਵਿੱਚ ਇੱਧਰ ਉੱਧਰ ਭਟਕ ਰਹੇ ਸਨ। ਪੂਰਾ ਗੁਰੂ ਨਹੀਂ ਸੀ ਮਿਲ ਰਿਹਾ। 1 ਸਾਲ ਹਿੰਦੁਸਤਾਨ ਦੇ ਵੱਡੇ ਵੱਡੇ ਤੀਰਥਾਂ 'ਤੇ, ਸਾਧੂਆਂ ਸੰਤਾਂ ਦੇ ਡੇਰਿਆਂ 'ਤੇ ਜਾ ਜਾ ਕੇ ਨੱਕ ਰਗੜੀ ਹੈ, ਕਿਤੋਂ ਵੀ ਖੈਰ ਨਹੀਂ ਪਈ। ਭਿੱਖਾ ਜੀ ਨੇ ਇਹ ਗੱਲ ਆਪਣੀ ਬਾਣੀ 'ਚ ਇਉਂ ਲਿਖੀ ਹੈ, ਬਰਸ ਏਕ ਹੋਂ ਫਿਰਿਓ, ਕਿਨੈ ਨਹੁ ਪਰਚੋ ਲਾਇਓ। 1 ਸਾਲ ਮੈਂ ਫਿਰਦਾ ਰਿਹਾ,
ਆਪਣੇ ਪਰਿਵਾਰ ਸਮੇਤ ਮੈਨੂੰ ਕੋਈ ਵੀ ਐਸਾ ਮਹਾਂਪੁਰਸ਼ ਨਹੀਂ ਮਿਲਿਆ ਜਿਹੜਾ ਵਾਹਿਗੁਰੂ ਦੇ ਨਾਲ ਮੇਰਾ ਪਰਚਾ ਪਾ ਦੇਵੇ, ਵਾਹਿਗੁਰੂ ਨਾਲ ਮੇਰੀ ਜਾਣ ਪਛਾਣ ਬਣਾ ਦੇਵੇ, ਪਰਮੇਸ਼ਰ ਨਾਲ ਮੇਰਾ ਰਿਸ਼ਤਾ ਜੋੜ ਦੇਵੇ। ਭਟਕ ਭਟਕ ਕੇ ਥਾਂ ਥਾਂ ਤੇ ਦੇਖਿਆ ਹੈ, ਕਹਿਤੇ ਹੈ ਕਹਿਤੀ ਸੁਣੀ, ਗੱਲਾਂ ਕਰਨ ਵਾਲੇ ਬੜੇ ਸਨ, ਰਹਿਤ ਕੋ ਖੁਸ਼ੀ ਨਾ ਆਇਓ। ਮਨ ਨੂੰ ਖੁਸ਼ੀ ਦੇਣ ਵਾਲਾ, ਸ਼ਾਂਤੀ ਦੇਣ ਵਾਲਾ, ਰਹਿਤ ਬਹਿਤ ਵਾਲਾ ਪੂਰਨ ਮਹਾਤਮਾ ਕੋਈ ਨਜ਼ਰ ਨਹੀਂ ਆਇਆ। ਹਰ ਨਾਮ ਛੋੜ ਦੂਜਾ ਲੱਗੇ, ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਹੋਰ ਚੱਕਰਾਂ 'ਚ ਪਏ ਹੋਏ। ਤਿੰਨ ਕੇ ਗੁਣ ਹੋ ਕਿਆ ਕਹੋ, ਉਹਨਾਂ ਦੀ ਵਡਿਆਈ ਕੀ ਕਰਨੀ ਹੋਈ। ਗੁਰ ਦਈਏ ਮਿਲਾਇਓ ਭਿਖਿਆ, ਜਿਵ ਤੂੰ ਰੱਖੈ ਤਿਵ ਰਹੋ। ਮੈਨੂੰ ਗੁਰੂ ਮਹਾਰਾਜ ਪਰਮੇਸ਼ਰ ਅਕਾਲ ਪੁਰਖ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਾ ਦਿੱਤੇ ਹਨ। ਹੁਣ ਸਤਿਗੁਰੂ ਜਿਵੇਂ ਰੱਖਣਗੇ ਉਵੇਂ ਹੀ ਰਹਾਂਗੇ। ਇਸ ਤਰ੍ਹਾਂ ਇਹ ਭੱਟ ਗੁਰੂ ਸਾਹਿਬ ਦੇ ਚਰਨਾਂ 'ਚ ਆਏ ਨੇ, ਗੁਰੂ ਸਾਹਿਬ ਦੀ ਉਸਤਤ ਕਰ ਰਹੇ ਨੇ। ਇਹਨਾਂ ਦੇ ਸਵਈਏ ਮਹਾਰਾਜ ਨੇ ਦਰਜ ਕੀਤੇ, ਭੱਟਾਂ ਦੇ ਸਵਈਏ। ਅਖੀਰ ਵਿੱਚ ਜਦੋਂ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਭੋਗ ਪੈਂਦਾ ਹੈ, 12 ਤੇ ਵਧੀਕ ਤੋਂ ਸ਼ਲੋਕਾਂ ਤੋਂ ਪਹਿਲਾਂ ਭੱਟਾਂ ਦੇ ਸਵਈਏ ਆਉਂਦੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਵੇਰੇ ਪ੍ਰਕਾਸ਼ ਦੇ ਵੇਲੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪ੍ਰਕਾਸ਼ ਹੁੰਦਾ, ਉਦੋਂ ਵੀ ਭੱਟਾਂ ਦੇ ਸਵਈਏ ਉਚਾਰਨ ਕੀਤੇ ਜਾਂਦੇ। ਸੋ ਸਾਧ ਸੰਗਤ ਜੀ, ਆਓ ਇਹਨਾਂ ਸਵਈਆਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸ ਤਰ੍ਹਾਂ ਸ਼ਮੂਲੀਅਤ ਹੋਈ ਹੈ, ਭੱਟਾਂ ਦੀ ਬਾਣੀ ਕਿਵੇਂ ਦਰਜ ਕੀਤੀ ਗਈ, ਇਤਿਹਾਸ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਮਤ ਏਕ ਫਿਰੇ ਜਗ ਖੋਜਤ, ਇੱਕ ਸਾਲ ਲਗਭਗ ਪੂਰਾ ਇਹ ਸਾਰੇ ਤੀਰਥਾਂ ਤੇ ਭਟਕਦੇ ਰਹੇ। ਕੋਈ ਪੂਰਨ ਮਹਾਤਮਾ ਬ੍ਰਹਮ ਗਿਆਨੀ ਜਿਹੜਾ ਵਾਹਿਗੁਰੂ ਨਾਲ ਰਿਸ਼ਤਾ ਜੋੜ ਦੇਵੇ। ਜਿਵੇਂ ਸਾਧ ਸੰਗਤ ਜੀ ਵਿਚੋਲਾ ਲੜਕੀ ਲੜਕੇ ਦਾ ਰਿਸ਼ਤਾ ਕਰਾ ਦਿੰਦਾ, ਪਤੀ ਪਤਨੀ ਦਾ ਸੰਜੋਗ ਵਿਚੋਲੇ ਰਾਹੀਂ ਬਣਦਾ ਹੈ। ਪਰਮਾਤਮਾ ਨਾਲ ਵੀ ਕੋਈ ਸਾਧੂ ਮਹਾਂਪੁਰਸ਼ ਹੀ ਜੋੜ ਸਕਦਾ ਹੈ। ਸਾਧੂ ਬਿਨ ਨਾਹੀ ਦਰਬਾਰ, ਘੋਰ ਬਿਨਾ ਕੈਸੇ ਅਸਵਾਰ। ਮਹਾਰਾਜ ਕਹਿੰਦੇ ਘੋੜੇ ਤੋਂ ਬਿਨਾਂ ਸਵਾਰ ਨਹੀਂ ਹੁੰਦਾ ਤੇ ਸਾਧੂ ਤੋਂ ਬਿਨਾਂ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਪਰ ਪੂਰਾ ਸਾਧੂ ਮਿਲਦਾ ਮੁਸ਼ਕਲ ਹੈ। ਅਰਬਾਂ ਖਰਬਾਂ ਵਿੱਚੋਂ ਕੋਈ ਇੱਕ ਪੂਰਨ ਹੁੰਦਾ ਜਿਹੜਾ ਜੋੜਨ ਵਾਲਾ ਹੋਵੇ। ਪਖੰਡੀ ਬੜੇ ਹੁੰਦੇ ਆ, ਐਸਾ ਸਾਧੂ ਨਹੀਂ ਮਿਲਿਆ। ਸਾਰੇ ਤੀਰਥਾਂ ਤੇ ਭਟਕਦੇ ਫਿਰੇ ਹਨ। ਜੇ ਸਾਧਿਕ ਪਰਲੋਕ ਉਦਾਰ, ਜਿਹੜੇ ਪਰਲੋਕ ਦੀ ਸਾਧਨਾ ਕਰਨ ਵਾਲੇ, ਭਾਵ ਇਸ ਸੰਸਾਰ ਤੋਂ ਪਰੇ ਜਾ ਕੇ ਪਰਮਾਤਮਾ ਦੇ ਲੋਕ ਵਿੱਚ ਵਸਣ ਵਾਲੇ ਐਸੇ ਇੱਛਕ ਸਾਧਕ ਹਨ, ਉਹਨਾਂ ਸਾਧੂਆਂ ਦੇ ਦਰਸ਼ਨ ਨਹੀਂ ਹੋਏ। ਕਹਿ ਨਿਜ ਬਚਨ ਸ਼ਾਂਤ ਦੇ ਚਿੱਤ ਕੋ, ਇਹੋ ਜਿਹਾ ਕੋਈ ਸਾਧੂ ਹੋਵੇ ਇੱਕ ਬੋਲ ਬੋਲੇ ਤੇ ਚਿੱਤ ਸ਼ਾਂਤ ਹੋ ਜਾਵੇ। ਆਖੋ ਸ੍ਰੀ ਵਾਹਿਗੁਰੂ। ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਪੂਰੇ ਸਾਧੂ ਦੀ ਵਡਿਆਈ ਹੈ, ਉਹ ਦਰਸ਼ਨ ਦੇ ਕੇ ਹੀ ਤਾਰ ਦਿੰਦਾ ਹੈ। ਕੋਈ ਬਹੁਤੀ ਲੰਮੀ ਘਾਲਣਾ ਨਹੀਂ ਘਾਲਣੀ ਪੈਂਦੀ, ਦਰਸ਼ਨਾਂ ਨਾਲ ਹੀ ਬੇੜਾ ਪਾਰ ਕਰ ਦਿੰਦਾ। ਇਹੋ ਜਿਹਾ ਕੋਈ ਮਹਾਤਮਾ, ਇਹੋ ਜਿਹਾ ਕੋਈ ਮਹਾਂਪੁਰਸ਼ ਰੱਬ ਦਾ ਪਿਆਰਾ ਨਹੀਂ ਮਿਲਿਆ। ਐਸੋ ਕਤਹੂ ਨਹੀਂ ਨਿਹਾਰ, ਐਸਾ ਕੋਈ ਮਹਾਤਮਾ ਹੋਵੇ ਜਿਹੜਾ ਇੱਕ ਬੋਲ ਬੋਲੇ ਤੇ ਮਨ ਸ਼ਾਂਤ ਹੋ ਜਾਵੇ। ਐਸਾ ਕੋਈ ਮਹਾਂਪੁਰਸ਼ ਹੋਵੇ ਜਿਹੜਾ ਇੱਕ ਬੋਲ ਬੋਲੇ ਤੇ ਚਿੱਤ ਦੀਆਂ ਬਿਰਤੀਆਂ ਇਕਾਗਰ ਹੋ ਜਾਣ, ਇੱਧਰ ਉੱਧਰ ਧਿਆਨ ਜਾਣ ਤੋਂ ਹਟ ਜਾਵੇ। ਐਸਾ ਮਹਾਂਪੁਰਸ਼ ਕੋਈ ਮਿਲਿਆ ਨਹੀਂ ਹੈ। ਹਾਂਜੀ। ਦੇਸ਼ ਵਿਦੇਸ਼ਨ ਸਗਰੇ ਫਿਰ ਕਰ, ਸਾਧ ਸੰਗਤ ਜੀ, ਸਾਰਿਆਂ ਦੇਸ਼ਾਂ ਵਿਦੇਸ਼ਾਂ ਵਿੱਚ ਇਹ ਭੱਟ ਭਿੱਖੇ ਦਾ ਪਰਿਵਾਰ ਭਟਕਦਾ ਰਿਹਾ। ਗੰਗਾ ਜਮਨਾ ਸਰਸਵਤੀ ਆਦਿਕ ਤੀਰਥਾਂ ਦੇ ਉੱਤੇ, ਫਿਰ 68 ਤੀਰਥਾਂ ਦੇ ਉੱਤੇ ਜਾ ਜਾ ਕੇ ਤਲਾਸ਼ ਕੀਤੀ, ਭਾਲ ਕੀਤੀ, ਕੋਈ ਮਹਾਂਪੁਰਸ਼ ਮਿਲ ਜਾਵੇ। ਭਏ ਉਦਾਸ ਗਏ ਜਬ ਹਾਰ, ਉਦਾਸ ਹੋ ਗਏ ਤੇ ਹਾਰ ਗਏ ਭੱਟ। ਕਿਤੋਂ ਆਸਾ ਦੀ ਕਿਰਨ ਦਿਖਾਈ ਨਹੀਂ ਦਿੰਦੀ। ਥੰਮੇ ਕੋਏ ਨਾ ਸਾਧ ਬਿਨ,
ਤੇ ਸਾਧ ਨਾ ਦਿਸੇ ਜਗ ਵਿੱਚ ਕੋਆ। ਭਾਈ ਗੁਰਦਾਸ ਜੀ ਨੇ ਬੜੇ ਕਮਾਲ ਦੇ ਬਚਨ ਲਿਖੇ। ਧਰਤੀ ਪਤਾਲ ਵਿੱਚ ਨਿਗਰਦੀ ਜਾਂਦੀ ਹੈ, ਸੰਸਾਰ ਵਿੱਚ ਪਾਪਾਂ ਦਾ ਭਾਰ ਬਹੁਤ ਹੋ ਗਿਆ ਹੈ, ਸਾਧੂ ਕੋਈ ਦਿਸਦਾ ਨਹੀਂ, ਸਾਧ ਤੋਂ ਬਿਨਾਂ ਕੋਈ ਬਚਾ ਨਹੀਂ ਸਕਦਾ ਤੇ ਸਾਧ ਕੋਈ ਦਿਸਦਾ ਨਹੀਂ। ਇਹੋ ਜਿਹੀ ਹਾਲਤ ਹੋਈ ਪਈ ਸੀ, ਸਾਰੇ ਪਾਸੇ ਭਟਕਦੇ ਫਿਰਦੇ ਹਨ। ਉਤਰਿਓ ਗਰਭ ਹੈ ਹਮ ਜਗ ਮਹਿ। ਅਹੰਕਾਰ ਟੁੱਟ ਗਿਆ ਵੀ ਅਸੀਂ ਵੱਡੇ ਹਾਂ। ਵੇਦਾਂ ਨੂੰ ਆਪਣੀ ਵਿਦਿਆ ਦਾ ਮਾਣ ਸੀ, ਭੱਟਾਂ ਦੇ ਰੂਪ ਵਿੱਚ ਜਦੋਂ ਆਏ ਤੇ ਉਹ ਅਹੰਕਾਰ ਦੂਰ ਹੋ ਗਿਆ। ਤਉ ਨਾ ਦੇਖਿਓ ਬਿਨਾ ਵਿਕਾਰ। ਕਹਿੰਦੇ ਸੰਸਾਰ ਵਿੱਚ ਨਿਰਵਿਕਾਰੀ ਪੂਰਨ ਸਾਧੂ ਕੋਈ ਮਿਲਿਆ ਨਹੀਂ। ਜਾਂ ਤੇ ਸਤਿਗੁਰ ਸਭ ਤੇ ਦੀਰਗ। ਇਸ ਕਰਕੇ ਸਮਝ ਆਈ ਵੀ ਗੁਰੂ ਸਾਰਿਆਂ ਤੋਂ ਵੱਡਾ ਹੈ, ਵੇਦਾਂ ਨਾਲੋਂ ਵੀ ਗੁਰੂ ਵੱਡਾ ਹੈ। ਕਿਉਂਕਿ ਵੇਦ ਗਿਆਨ ਦਿੰਦੇ ਹਨ ਪਰ ਗੁਰੂ ਦੇ ਮੁਖ ਦੁਆਰਾ ਹੀ ਦਿੰਦੇ ਹਨ। ਆਪਣੇ ਆਪ ਵੇਦ ਕਿਸੇ ਨੂੰ ਗਿਆਨ ਨਹੀਂ ਦੇ ਸਕਦੇ। ਸੋ ਗੁਰੂ ਸਭ ਤੋਂ ਵੱਡਾ ਹੈ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਸਭ ਤੇ ਵੱਡ ਸਮਰੱਥ ਗੁਰਦੇਵ। ਸਾਰਿਆਂ ਤੋਂ ਵੱਡੇ ਸਤਿਗੁਰੂ ਮਹਾਰਾਜ ਜੀ ਹਨ। ਗੁਰੂ ਸਾਹਿਬ ਤੋਂ ਵੱਡਾ ਕੋਈ ਨਹੀਂ। ਇਹ ਗੱਲ ਦਾ ਵੇਦਾਂ ਨੂੰ ਭੱਟਾਂ ਨੂੰ ਅਹਿਸਾਸ ਹੋ ਗਿਆ ਹੈ। ਜਿਨ ਕੇ ਮਿਲਤ ਸ਼ਾਂਤ ਚਿੱਤ ਪਾਏ। ਐਸੇ ਸਤਿਗੁਰੂ ਮਹਾਰਾਜ ਜਿਨ੍ਹਾਂ ਦੇ ਮਿਲਦਿਆਂ ਚਿੱਤ ਨੂੰ ਸ਼ਾਂਤੀ ਆ ਜਾਂਦੀ ਹੈ। ਬਿਨਾ ਗਰਭ ਤੇ ਸਰਬ ਭਏ ਜਬ। ਇਸ ਤਰ੍ਹਾਂ ਅਰਦਾਸਾਂ ਕਰਦੇ ਆ ਵੀ ਮਹਾਰਾਜ ਅਕਾਲ ਪੁਰਖ ਜੀ ਕਿਰਪਾ ਕਰੋ, ਸਾਨੂੰ ਪੂਰਾ ਗੁਰੂ ਮਿਲ ਜਾਵੇ। ਅਸੀਂ ਗਲਤੀ ਕੀਤੀ ਸੀ, ਕੰਨਾਂ ਨੂੰ ਹੱਥ ਲਾਣੇ, ਅੱਗੇ ਹੰਕਾਰ ਨਹੀਂ ਕਰਾਂਗੇ। ਸਾਧ ਸੰਗਤ ਜੀ ਯਾਦ ਰੱਖਣਾ, ਹੰਕਾਰੀ ਬੰਦਾ ਰੱਬ ਦੇ ਨੇੜੇ ਨਹੀਂ ਜਾ ਸਕਦਾ। ਕਾਮੀ ਬਖਸ਼ਿਆ ਜਾ ਸਕਦਾ ਹੈ, ਕਰੋਧੀ ਵੀ ਬਖਸ਼ਿਆ ਜਾ ਸਕਦਾ ਹੈ, ਲੋਭੀ ਵੀ ਬਖਸ਼ਿਆ। ਹੰਕਾਰੀ ਦਾ ਕੀ ਇਲਾਜ ਕਰੋਗੇ? ਝੁਕਦਾ ਹੀ ਨਹੀਂ, ਉਹਨੇ ਝੁਕਣਾ ਹੀ ਨਹੀਂ। ਝੁਕ ਜਾਵੇ ਤੇ ਹੰਕਾਰ ਟੁੱਟੇ ਨਾ, ਹੰਕਾਰ ਟੁੱਟੇ ਤੇ ਝੁਕੇ, ਦੋਵੇਂ ਗੱਲਾਂ ਹੁੰਦੀਆਂ ਨਹੀਂ। ਹੰਕਾਰ ਜਾਂਦਾ ਨਹੀਂ, ਬੰਦਾ ਝੁਕਦਾ ਨਹੀਂ। ਜੇ ਹੰਕਾਰ ਚਲਾ ਜਾਵੇ, ਝੁਕ ਜਾਵੇ ਤੇ ਫਿਰ ਗੱਲ ਬਣ ਜਾਂਦੀ ਹੈ। ਇਹਨਾਂ ਦਾ ਹੰਕਾਰ ਟੁੱਟ ਗਿਆ, ਝੁਕ ਗਏ, ਆਪਣਾ ਕੀਤਾ ਹੋਇਆ ਕਰਮ ਉਹਦਾ ਪਛਤਾਤਾਪ ਕਰਦੇ ਨੇ ਕਿ ਹੇ ਵਾਹਿਗੁਰੂ ਸਾਨੂੰ ਗੁਰੂ ਮਿਲਾ ਦੇ, ਅਸੀਂ ਮੁੜ ਕੇ ਹੰਕਾਰ ਨਹੀਂ ਕਰਾਂਗੇ। ਸਦਾ ਸਰੋਵਰ ਕੀ ਦਿਸ਼ ਆਏ। ਇਹ ਚਲਦੇ ਚਲਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਨਗਰੀ ਵੱਲ ਆ ਗਏ। ਮਹਿਮਾ ਸੁਨਤ ਅਨੇਕ ਲੋਕ ਤੇ। ਲੋਕਾਂ ਕੋਲੋਂ ਗੁਰੂ ਨਾਨਕ ਸਾਹਿਬ ਦੀ ਵਡਿਆਈ ਸੁਣੀ ਹੋਈ ਸੀ, ਸ਼ੋਰ ਸੁਣਦੇ ਰਹਿੰਦੇ ਐ। ਸੁਣ ਸੁਣ ਕੇ ਗੁਰੂ ਦੀ ਮਹਿਮਾ ਦਰਸ਼ਨਾਂ ਨੂੰ ਆਏ ਹਨ। ਸ਼੍ਰੀ ਅਰਜਨ ਸਤਿਗੁਰ ਸੁਖ ਦਾਏ। ਪਤਾ ਲੱਗਾ ਵੀ ਅੱਜ ਕੱਲ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਪੰਚਮ ਪਾਤਸ਼ਾਹ ਮਹਾਰਾਜ ਸਤਿਗੁਰੂ ਅਰਜਨ ਦੇਵ ਜੀ ਵਿਰਾਜਮਾਨ ਹਨ। ਚਲੀਏ ਮਹਾਰਾਜ ਦੇ ਚਰਨਾਂ ਵਿੱਚ ਨਿਰਹੰਕਾਰ ਹੋ ਕੇ, ਨਿਮਾਣੇ ਹੋ ਕੇ ਉਹਨਾਂ ਦੇ ਕੋਲੋਂ ਆਤਮ ਗਿਆਨ ਦੀ ਪ੍ਰਾਪਤੀ ਕਰੀਏ। ਇਹ ਆਸ ਲੈ ਕੇ ਭੱਟ ਚੱਲ ਪਏ ਹਨ। ਭਿੱਖੇ ਸਹਿਤ ਸਕਲ ਹੀ ਮਿਲ ਕੇ। ਭਿੱਖੇ ਸਮੇਤ ਇਹ 17 ਭੱਟ ਇਕੱਠੇ ਹੋ ਕੇ ਦਰਸ਼ਨ ਹਿਤ ਚਿਤ ਚੌਂਪ ਬਟਾਏ। ਬੜੇ ਉਤਸ਼ਾਹ ਨਾਲ ਦਰਸ਼ਨਾਂ ਲਈ ਆਏ ਹਨ। ਗੁਣ ਕੋ ਸੁਨਤ ਸ਼ਾਂਤ ਹੋਏ ਆਈ। ਮਹਾਰਾਜ ਸਾਹਿਬ ਜੀ ਦੇ ਗੁਣ ਸੁਣ ਕੇ ਹੀ ਮਨ ਨੂੰ ਸ਼ਾਂਤੀ ਆ ਗਈ ਸੀ। ਦਰਸ਼ਨ ਕਰਕੇ ਤਾਂ ਪਤਾ ਨਹੀਂ ਕੀ ਮਿਲੇਗਾ, ਨਾ ਸੁਣ ਕੇ ਹੀ ਠੰਡ ਪੈ ਗਈ। ਸਾਧ ਸੰਗਤ ਜੀ ਪੂਰੇ ਗੁਰੂ ਦੀ ਨਿਸ਼ਾਨੀ ਇਹ ਹੈ, ਪੂਰੇ ਗੁਰੂ ਦਾ ਨਾਂ ਸੁਣ ਕੇ ਹੀ ਚਿੱਤ ਨੂੰ ਸ਼ਾਂਤੀ ਹੁੰਦੀ ਹੈ। ਭਟਕ ਰਿਹਾ ਮਨ ਟਿਕ ਜਾਂਦਾ ਹੈ, ਮਨ ਦੇ ਵਿਕਾਰ ਮੁੱਕ ਜਾਂਦੇ ਹਨ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਇਸ ਤਰ੍ਹਾਂ ਮਨ ਨੂੰ ਸ਼ਾਂਤੀ ਮਿਲੀ ਹੈ। ਸ਼੍ਰੀ ਅਰਜਨ ਕੋ ਸਿਮਰਤ ਨਾਮ। ਜਦੋਂ ਧੰਨ ਗੁਰੂ ਅਰਜਨ ਦੇਵ ਜੀ ਦਾ ਨਾਮ ਲੈਂਦੇ ਤਾਂ ਵੀ ਰਸਨਾ ਤੋਂ ਮਨ ਨੂੰ ਸ਼ਾਂਤੀ ਮਿਲਦੀ ਹੈ, ਬਹੁਤ ਜ਼ਿਆਦਾ ਆਨੰਦ ਆਉਂਦਾ ਹੈ। ਸਭ ਪਹੁੰਚੇ ਹਰਮੰਦਰ ਮੇ ਜਬ। ਜਦੋਂ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਪਹੁੰਚੇ ਹਨ,
ਦਰਸ਼ਨ ਭਿਖਿਓ ਅਜਬ ਅਬਿਰਾਮ। ਉਥੇ ਮਹਾਰਾਜ ਦਾ ਇਲਾਹੀ ਸਰੂਪ ਵੇਖਿਆ ਹੈ। ਨਿਰੰਕਾਰ ਪਰਮੇਸ਼ਰ ਹਰੀ ਦੇ ਦਰਸ਼ਨ ਹੋਏ ਹਨ। ਸਾਧ ਸੰਗਤ ਜੀ, ਬੰਦੇ ਦੀ ਅੱਖ ਹੋਣੀ ਚਾਹੀਦੀ ਹੈ। ਦਰਸ਼ਨ ਤਾਂ ਹੁੰਦੇ ਨੇ, ਸਾਡੇ ਕੋਲ ਅੱਖਾਂ ਹੀ ਕੋਈ ਨਹੀਂ। ਨਾਨਕ ਸੇ ਅਖੜੀਆਂ ਬਿਆਨ ਜਿਨੀ ਦਸੰਦੋ ਮਾਂ ਪਿਰੀ। ਉਹ ਅੱਖਾਂ ਹੋਰ ਨੇ ਜਿਨ੍ਹਾਂ ਨੇ ਮੇਰਾ ਵਾਹਿਗੁਰੂ ਵੇਖਿਆ ਹੈ। ਧੰਨ ਹਨ ਉਹ ਨੇਤਰ ਜਿਨ੍ਹਾਂ ਨੇ ਮੇਰਾ ਵਾਹਿਗੁਰੂ ਵੇਖਿਆ ਹੈ। ਸਾਧ ਸੰਗਤ ਜੀ, ਐਸੇ ਐਸੇ ਕੇਸ ਸ੍ਰੀ ਹਰਿਮੰਦਰ ਸਾਹਿਬ ਆਏ ਕਿ ਪ੍ਰਤੱਖ ਅਕਾਲ ਪੁਰਖ ਪਰਮੇਸ਼ਰ ਦੇ ਦਰਸ਼ਨ ਹੋਏ। ਇਹੋ ਜਿਹੇ ਬੰਦੇ, ਔਰ ਜਰਮਨ ਦੇ ਗੋਰੇ ਮਹਾਰਾਜ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਵੜਿਆ, ਕਹਿੰਦਾ ਵਾਹ ਮਾਈ ਫਾਦਰ, ਮਾਈ ਗॉड, ਮੇਰਾ ਈਸਾ ਮਸੀਹ ਹੈ। ਕਹਿੰਦਾ ਮੈਨੂੰ ਇਦਾਂ ਦਿਸ ਰਿਹਾ। 7 ਘੰਟੇ ਲਗਾਤਾਰ ਕੀਰਤਨ ਸੁਣਦਾ ਰਿਹਾ। ਮੈਂ ਲੰਮੀ ਕਥਾ ਨਹੀਂ ਸੁਣਾ ਸਕਦਾ, ਉਹ ਬੜੀ ਲੰਮੀ ਕਹਾਣੀ ਹੈ। ਸੱਚੀ ਵਾਪਰੀ ਸੀ 1972-73 ਵਿੱਚ। ਸਾਡੇ ਰਾਜਪੁਰੇ ਦੇ ਭਾਈ ਧੰਨਾ ਸਿੰਘ ਜੀ ਹੁੰਦੇ ਸਨ, ਉਹ ਨਾਲ ਗਏ ਸਨ। ਉਹ ਕਹਿੰਦੇ ਮੈਂ 7 ਘੰਟੇ ਬੈਠੇ ਰਿਹਾ, ਕੀਰਤਨ ਸੁਣਦਾ ਰਿਹਾ। ਕਹਿੰਦੇ ਮੈਂ ਸੋਚਿਆ ਵੀ ਮੈਨੂੰ ਤੇ ਸਮਝ ਆ ਰਹੀ ਹੈ, ਬੋਰ ਹੁੰਦਾ ਹੋਏਗਾ। ਜਦੋਂ ਬਾਹਰ ਨਿਕਲਿਆ ਤੇ ਉਹ ਕਹਿੰਦਾ ਧੰਨਾ ਸਿੰਘ, ਆ ਜਿਹੜਾ ਗਾ ਰਹੇ ਸੀ ਤੈਨੂੰ ਸਮਝ ਆ ਰਹੀ ਸੀ? ਧੰਨਾ ਸਿੰਘ ਕਹਿੰਦਾ ਸਾਹਿਬ ਸਾਡੇ ਗੁਰੂ ਦੀ ਬੋਲੀ ਪੰਜਾਬੀ ਆ ਅਸੀਂ, ਸਾਨੂੰ ਨਹੀਂ ਸਮਝ ਆਣੀ, ਹੋਰ ਕਿਹਨੂੰ ਆਣੀ? ਕਹਿੰਦਾ ਨਹੀਂ ਨਹੀਂ, ਤੁਹਾਨੂੰ ਸਮਝ ਨਹੀਂ ਆ ਸਕਦੀ। ਕਹਿੰਦਾ ਕਿਉਂ? ਕਹਿੰਦਾ ਇਹ ਤਾਂ ਜਰਮਨ ਭਾਸ਼ਾ 'ਚ ਗਾ ਰਹੇ ਸੀ, ਇਹ ਪੰਜਾਬੀ 'ਚ ਕਿਵੇਂ? ਮੈਂ ਤੇ 7 ਘੰਟੇ ਆਨੰਦ ਬੜਾ ਆਇਆ, ਇਹ ਤੇ ਜਰਮਨ 'ਚ ਗਾ ਰਹੇ ਸੀ। ਉਹ ਕਹਿੰਦਾ ਨਹੀਂ ਜੀ, ਪੰਜਾਬੀ 'ਚ ਗਾ ਰਹੇ ਸੀ। ਜੇ ਜੈਸੀ ਭਾਵਨਾ ਲੈ ਕੇ ਜਾਵੇ ਵੈਸੀ ਭਾਵਨਾ, ਉਸੇ ਭਾਸ਼ਾ 'ਚ ਗੁਰੂ ਰਾਮਦਾਸ ਬੋਲਦੇ ਆ। ਇਹ ਪ੍ਰਤੱਖ ਕਲਾ ਵਰਤੀ ਸੀ ਉੱਥੇ। ਬੜੀ ਲੰਮੀ ਗੱਲ ਹੈ, ਮੈਂ ਪੂਰੀ ਨਹੀਂ ਸੁਣਾਉਂਦਾ, ਫਿਰ ਕਦੀ ਸਮਾਂ ਆਵੇਗਾ। ਸਾਧ ਸੰਗਤ ਜੀ, ਹਰਿਮੰਦਰ ਸਾਹਿਬ ਦੇ ਵਿੱਚ ਦਰਸ਼ਨ ਹੁੰਦੇ। ਅਕਾਲ ਪੁਰਖ ਪਰਮੇਸ਼ਰ ਦਾ ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵੇ ਰਾਮ। ਭੱਟਾਂ ਨੂੰ ਆ ਕੇ ਮਹਾਰਾਜ ਗੁਰੂ ਰਾਮਦਾਸ ਦੇ ਦਰਬਾਰ 'ਚੋਂ ਅਕਾਲ ਪੁਰਖ ਦੇਖਿਆ ਹੈ, ਪ੍ਰਤੱਖ ਦਰਸ਼ਨ ਹੋ ਗਏ ਹਨ। ਹਾਂਜੀ, ਸ਼ਿਆਮ ਸਰੂਪ ਅਨੂਪ ਚਤੁਰ ਭੁਜ। ਮਹਾਰਾਜ ਅਕਾਲ ਪੁਰਖ ਜੀ ਸੰਖ ਚੱਕਰ ਮਾਲਾ ਤਿਲਕ ਵਿਰਾਜਤ, ਦੇਖ ਪ੍ਰਤਾਪ ਜਮ ਡਰਿਓ। ਜਿਹੜਾ ਚਤੁਰਭੁਜੀ ਸਰੂਪ ਹੈ ਪਰਮੇਸ਼ਰ ਦਾ, ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ। ਐਸਾ ਵਿਚਿੱਤਰ ਸਰੂਪ, ਸਰਗੁਣ ਸਰੂਪ ਦੇ ਦਰਸ਼ਨ ਹੋਏ ਨੇ। ਸੁੰਦਰ ਬਦਨ ਸੁਛਬ ਕੋ ਧਾਮ। ਮਹਾਰਾਜ ਦੇ ਸੁੰਦਰ ਸਰੂਪ ਛਵੀ ਦੇ ਸਹਿਤ ਸ਼ੋਭਾ ਪਾ ਰਹੇ ਅਕਾਲ ਪੁਰਖ ਜੀ। ਮਹਾਜੋਤ ਜਾਗਤ ਚਾਹ ਦਿਸ਼ ਮਹਿ। ਸ੍ਰੀ ਹਰਿਮੰਦਰ ਸਾਹਿਬ ਵਿੱਚ ਅਕਾਲ ਪੁਰਖ ਦੀ ਜਾਗਦੀ ਜੋਤ, ਚਾਰੇ ਪਾਸੇ ਉਸ ਜੋਤ ਦਾ ਨੂਰ ਪਸਰ ਰਿਹਾ ਹੈ। ਕਰਤ ਅਨੇਕ ਸੁਨਮਰ ਪ੍ਰਣਾਮ। ਲੱਖਾਂ ਲੋਕ ਨਿਮਰਤਾ ਨਾਲ ਮੱਥਾ ਟੇਕ ਰਹੇ ਨੇ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਸਾਹਿਬ ਦਾ ਉਚਾਰਨ ਹੋ ਰਿਹਾ ਹੈ। ਹਾਂਜੀ, ਕਮਲਾ ਕਰ ਕਮਲਨ ਪਦ ਕਮਲ ਜੇ। ਸਾਧ ਸੰਗਤ ਜੀ, ਪਰਮੇਸ਼ਰ ਦੀ ਮਾਇਆ ਚਰਨਾਂ ਦੇ ਵਿੱਚ ਚਰਨਾਂ ਨੂੰ ਪਲੋਸ ਰਹੀ ਹੈ। ਲక్ష్ਮੀ ਪਾਪ ਪਲੋਸਤ ਜਾਂ ਕੇ। ਅਕਾਲ ਪੁਰਖ ਦੇ ਹਰਿਮੰਦਰ ਸਾਹਿਬ ਦੇ ਚਰਨਾਂ 'ਚ ਮਾਇਆ ਹੱਥ ਜੋੜ ਕੇ ਦਰਵਾਜ਼ੇ ਤੇ ਖੜੀ ਰਹਿੰਦੀ ਹੈ। ਲక్ష్ਮੀ ਖੜੀ ਤੁਮਰੇ ਦਰਬਾਰਾ, ਸਰਬ ਦੇਵਤੇ ਕਰੈ ਨਮਸਕਾਰਾ। हे ਅਕਾਲ ਪੁਰਖ ਗੁਰੂ ਰਾਮਦਾਸ ਪਾਤਸ਼ਾਹ ਜੀ, ਮੈਨੂੰ ਸੇਵਾ ਦੱਸੋ, ਮੈਂ ਤੁਹਾਡੀ ਕੀ ਸੇਵਾ ਕਰਾਂ? ਤੇ ਸਾਧ ਸੰਗਤ ਜੀ, ਲక్ష్ਮੀ ਖੜ ਕੇ ਚਰਨ ਪਲੋਸਦੀ ਹੈ ਮਹਾਰਾਜ ਦੇ। ਹਾਂਜੀ, ਮ੍ਰਿਦਲ ਪਲੋਸਤ ਪ੍ਰੀਤ ਵਿਸਾਲ। ਮਾਇਆ ਲక్ష్ਮੀ ਚਰਨ ਪਲੋਸ ਰਹੀ ਹੈ ਪਰਮੇਸ਼ਰ ਦੇ। ਐਸਾ ਅਜੀਬ ਨਜ਼ਾਰਾ ਹੈ। ਅੰਦਰ ਕੀਰਤਨ ਹੋ ਰਿਹਾ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਵਿੱਚ, ਤੇ ਬਾਹਰ ਜਿੰਨਾ ਪਸਾਰਾ ਤੁਸੀਂ ਦੇਖ ਰਹੇ ਹੋ ਇਹ ਮਾਇਆ ਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋਨਾ ਲੱਗਾ ਹੈ, ਸੰਗੇ ਮਰਮਰ ਲੱਗਾ ਹੈ, ਇਹ ਵੀ ਮਾਇਆ ਹੈ। ਗੁਰੂ ਕੇ ਲੰਗਰ ਚੱਲ ਰਹੇ ਨੇ, ਇਹ ਵੀ ਮਾਇਆ ਹੈ। ਸੰਗਤਾਂ ਆ ਰਹੀਆਂ ਨੇ, ਭੇਟਾ ਚੜਾ ਰਹੀਆਂ ਨੇ, ਇਹ ਲక్ష్ਮੀ ਹੈ, ਮਾਇਆ ਹੈ। ਮਾਇਆ ਦੇ ਵਿੱਚ ਮਹਾਰਾਜ ਅਕਾਲ ਪੁਰਖ ਜੀ ਬੈਠੇ ਨੇ। ਜੈਸੇ ਜਲ ਮੈਂ ਕਮਲ ਨਿਰਾਲਮ, ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਰਹਿ ਕੇ ਪਾਣੀ ਤੋਂ ਵੱਖਰਾ ਹੁੰਦਾ ਹੈ, ਐਦਾਂ ਅਕਾਲ ਪੁਰਖ ਪਰਮੇਸ਼ਰ ਜੀ ਜੋਤੀ ਸਰੂਪ ਪ੍ਰਭੂ ਜੀ ਬੈਠੇ ਨੇ।
ਤੇ ਮਾਇਆ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਸੇਵਾ ਕਰ ਰਹੀ ਹੈ, ਝਾੜੂ ਫੇਰ ਰਹੀ ਹੈ, ਚਰਨ ਪਲੋਸ ਰਹੀ ਹੈ, ਕਿਤੇ ਲੰਗਰ ਪੱਕ ਰਹੇ ਨੇ, ਕਿਤੇ ਬਿਲਡਿੰਗਾਂ ਬਣ ਰਹੀਆਂ ਨੇ। ਇਹ ਮਾਇਆ ਦਾ, ਲక్ష్ਮੀ ਦਾ ਐਸਾ ਵਰਤਾਰਾ ਹੈ। ਹਾਂਜੀ। ਸ਼ੁਭਤ ਸੇਖ ਸਾਈਂ ਵੱਡ ਸ਼ੋਭਾ। ਸੇਖ ਸਾਈਂ ਜੀ ਪਰਮੇਸ਼ਰ ਜੀ ਆਪਣੀ ਸੇਜਾ ਤੇ ਬਿਰਾਜਮਾਨ, ਭੱਟਾਂ ਦੀ ਜੈਸੀ ਭਾਵਨਾ ਸੀ ਨਾ ਵੈਸੇ ਰੂਪ ਚ ਉਹਨਾਂ ਨੂੰ ਦਰਸ਼ਨ ਹੋਏ ਹਨ। ਦ੍ਰਿਗ ਬਿਸਤਰਤ ਕੋਰ ਜੁਗ ਲਾਲ। ਮਹਾਰਾਜ ਕਾਲ ਪੁਰਖ ਜੀ ਦੇ ਸਰੂਪ ਦੇ ਨੇਤਰ ਕਿੰਨੇ ਸੋਹਣੇ ਤੇਰੇ ਬੰਕੇ, ਲੋਇਣ ਅੱਖਾਂ ਨੂੰ ਕਹਿੰਦੇ ਐ। ਹੇ ਮਹਾਰਾਜ ਤੁਹਾਡੀਆਂ ਅੱਖਾਂ ਬੜੀਆਂ ਮੋਟੀਆਂ ਮੋਟੀਆਂ, ਬੜੀਆਂ ਸੋਹਣੀਆਂ ਸੁੰਦਰ ਹਨ। ਦੰਦ ਰੀਸਾਲਾ, ਮਹਾਰਾਜ ਤੁਹਾਡੇ ਦੰਦ ਮੋਤੀਆਂ ਤਰ੍ਹਾਂ ਚਮਕਦੇ, ਬੜੇ ਸੋਹਣੇ ਹਨ। ਲੰਬੜੇ ਸੋਹਣੇ ਨੱਕ, ਜਿਨ ਲੰਬੜੇ ਵਾਲਾ, ਮਹਾਰਾਜ ਨੱਕ ਬੜਾ ਸੁੰਦਰ ਹੈ ਤੇ ਵਾਲ ਬੜੇ ਸੋਹਣੇ ਹਨ। ਐਸਾ ਮਹਾਰਾਜ ਦਾ ਵਿਚਿੱਤਰ ਰੂਪ ਅਕਾਲ ਪੁਰਖ ਦਾ ਸਰਗੁਣ ਭੱਟਾਂ ਨੂੰ ਨਜ਼ਰ ਆਇਆ ਹੈ। ਪੀਤੰਬਰ ਸਭ ਅੰਗ ਵਿਭੂਖਨ। ਪੀਲੇ ਕੱਪੜੇ ਤੇ ਸੁੰਦਰ ਗਹਿਣਿਆਂ ਨਾਲ ਅਕਾਲ ਪੁਰਖ ਦਾ ਸਰੂਪ ਸਜਿਆ ਹੋਇਆ ਸੁਭਾਏਮਾਨ ਹੋ ਰਿਹਾ ਹੈ। ਬੜੇ ਵਿਭੂਖਤ ਗਰ ਬਨਮਾਲ। ਬੜੀ ਸੁੰਦਰ ਬਨਮਾਲਾ ਗਲ ਵਿੱਚ ਪਾਈ ਹੋਈ ਹੈ। ਸੀਸ ਕਿਰੀਟ ਕੇਸ ਸਮ੍ਰਿਧ ਮੇਚਕ। ਕਾਲੇ ਕਾਲੇ ਮਹਾਰਾਜ ਦੇ ਕੇਸ। ਸਾਧ ਸੰਗਤ ਜੀ ਆਖੋ ਸਤਨਾਮ ਸ੍ਰੀ। ਪਰਮੇਸ਼ਰ ਦਾ ਸਰਗੁਣ ਸਰੂਪ ਤੇ ਨਿਰਗੁਣ ਸਰੂਪ ਦੋਵੇਂ ਬਾਣੀ 'ਚ ਦੱਸੇ ਨੇ। ਨਿਰਗੁਣ ਆਪ, ਸਰਗੁਣ ਵੀ ਉਹੀ। ਕਲਾ ਧਾਰ ਦਿਨ ਸਗਲੀ ਮੋਹੀ। ਤੁਸੀਂ ਕਹੋਗੇ ਸਰਗੁਣ ਸਰੂਪ ਕੀ ਹੈ? ਮਹਾਰਾਜ ਤੋਂ ਭਾਈ ਨੰਦ ਲਾਲ ਜੀ ਪੁੱਛਦੇ, ਮਹਾਰਾਜ ਤੁਹਾਡਾ ਰੂਪ ਕੀ ਹੈ? ਸਤਿਗੁਰੂ ਕਹਿੰਦੇ, ਭਾਈ ਨੰਦ ਲਾਲ ਜੀ ਮੇਰੇ 3 ਰੂਪ ਹਨ। 3 ਰੂਪ ਹੈ ਮੋਏ ਕੇ, ਸੁਣੋ ਨੰਦ ਚਿਤ ਲਾਏ। ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹੇ ਸਮਝਾਏ। ਮੇਰਾ ਇੱਕ ਨਿਰਗੁਣ ਰੂਪ ਹੈ ਜਿਹਦੀ ਕਥਾ ਹੋ ਨਹੀਂ ਸਕਦੀ। ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਦੇ, ਕਹਿ ਹੀ ਨਹੀਂ ਸਕਦੇ ਕਿੱਦਾਂ ਦਾ। ਦੂਜਾ ਮੇਰਾ ਸਰਗੁਣ ਰੂਪ ਹੈ, ਤੀਜਾ ਮੇਰਾ ਗੁਰਬਾਣੀ ਰੂਪ ਹੈ। ਕਹਿੰਦੇ ਸਰਗੁਣ ਰੂਪ ਕੀ ਹੈ? ਸਤਿਗੁਰੂ ਕਹਿੰਦੇ ਸਰਗੁਣ ਰੂਪ ਸਿੱਖ ਹੈ ਮੇਰੇ। ਆ ਮੇਰੇ ਸਿੰਘ ਜਿਹੜੇ ਨੇ ਇਹ ਮੇਰਾ ਰੂਪ ਨੇ, ਇਹਨਾਂ ਵਿੱਚ ਵੀ ਮੈਂ ਬੈਠਾ ਹਾਂ। ਸੋਹਣੇ ਕੇਸ, ਸੋਹਣੇ ਦਾੜੇ, ਸੋਹਣੀਆਂ ਦਸਤਾਰਾਂ, ਸੋਹਣੇ ਸ਼ਸਤਰ ਬਸਤਰ, ਇਹ ਵੀ ਮੇਰਾ ਰੂਪ ਹੈ। ਖਾਲਸਾ ਮੇਰਾ ਰੂਪ ਹੈ ਖਾਸ। ਪਰਮੇਸ਼ਰ ਦੀ ਕਾਇਨਾਤ ਵਿੱਚ 84 ਲੱਖ ਜੂਨਾਂ ਹਨ। ਸਭ ਤੋਂ ਵੱਡੀ ਸਰਦਾਰੀ ਮਨੁੱਖ ਨੂੰ ਦਿੱਤੀ ਹੈ। ਇਹਦੇ ਵਿੱਚ ਅਕਾਲ ਪੁਰਖ ਦਾ ਪ੍ਰਤੱਖ ਰੂਪ ਦੇਖਿਆ ਜਾ ਸਕਦਾ ਹੈ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਜੇ ਦੇਸ ਰੂਪ 'ਚ ਦੇਖ ਲਓ ਪ੍ਰਮਾਤਮਾ ਨੂੰ ਤਾਂ ਵੀ ਧੰਨ ਭਾਗ ਭਾਈ। ਸੋ ਇੱਥੇ ਜੋ ਸਰਗੁਣ ਸਰੂਪ ਦਾ ਬਿਆਨ ਆ ਰਿਹਾ ਹੈ, ਇੱਦਾਂ ਦਾ ਆ ਰਿਹਾ ਹੈ। ਸੋਹਣੇ ਨੱਕ ਹਨ, ਸੋਹਣੀਆਂ ਅੱਖਾਂ ਹਨ, ਸੋਹਣੀ ਦਾੜੀ ਤੇ ਸੋਹਣੇ ਕੇਸ ਹਨ ਅਕਾਲ ਪੁਰਖ ਜੀ ਦੇ। ਘੁੰਗਰਿਆਰੇ ਸ਼ੋਭਤ ਭਾਲ। ਘੁੰਗਰਿਆਰੇ ਸੋਹਣੇ ਸੋਹਣੇ ਕੇਸ ਮੱਥੇ ਤੇ ਸ਼ੋਭਦੇ ਹਨ। ਦੋਹਰਾ ਵੇਦ ਸਰੂਪ ਜੇ ਵਿਪਰ ਬਰ। ਸੋ ਸਾਧ ਸੰਗਤ ਜੀ ਜਿਹੜੇ ਇਹ 17 ਭੱਟ ਸਨ, ਵੇਦਾਂ ਦੇ ਅਵਤਾਰ, ਮਹਾਰਾਜ ਦਾ ਜਸ ਕਰਨ ਵਾਸਤੇ ਜਸ ਵੇਦ ਪੁਰਾਣੀ ਗਾਇਆ। ਮਹਾਰਾਜ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋਏ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪਹੁੰਚੇ ਹਨ। ਹਾਂਜੀ। ਹਰ ਸਰੂਪ ਤਿੰਨ ਦੀਖ। ਅਕਾਲ ਪੁਰਖ ਦਾ ਸਰੂਪ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਦਰਸ਼ਨ ਹੋਏ ਹਨ। ਅਪਰ ਨਹੀਂ ਕਾਹੂ ਲਖਿਓ। ਹੋਰ ਕਿਸੇ ਨੂੰ ਦਰਸ਼ਨ ਨਹੀਂ ਹੋਏ, ਇਹਨਾਂ ਭੱਟਾਂ ਨੂੰ ਹੋਏ ਨੇ। ਕਿਉਂਕਿ ਗੁਰੂ ਘਰ 'ਚ ਆਪਾਂ 100, 200, 400 ਬੰਦੇ ਬੈਠੇ ਆ। ਜੋ ਮੈਨੂੰ ਦਿਸ ਰਿਹਾ ਉਹ ਤੁਹਾਨੂੰ ਨਹੀਂ ਦਿਸਣਾ, ਜਿਹੜਾ ਤੁਹਾਨੂੰ ਦਿਸ ਰਿਹਾ ਉਹਨਾਂ ਨੂੰ ਨਹੀਂ ਦਿਸਣਾ। ਇੱਕ ਦੂਜੀ ਦੀ ਦ੍ਰਿਸ਼ਟੀ ਵੱਖਰੀ ਵੱਖਰੀ ਹੈ। ਆਖੋ ਸ੍ਰੀ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਇੱਕੋ ਹੀ ਹੈ। ਗੁਰੂ ਗ੍ਰੰਥ ਸਾਹਿਬ ਇੱਕੋ ਹੀ ਹੈ। ਨਜ਼ਰੀਆ ਆਪਣਾ ਆਪਣਾ। ਜੈਸੀ ਦ੍ਰਿਸ਼ਟੀ ਹੈ ਵੈਸੀ ਸ੍ਰਿਸ਼ਟੀ ਹੈ। ਮਹਾਰਾਜ ਕਹਿੰਦੇ ਸੁਖੀਏ ਕੋ ਪੇਖੈ ਸਭ ਸੁਖੀਆ, ਰੋਗੀ ਕੈ ਭਾਣੈ ਸਭ ਰੋਗੀ। ਬਿਮਾਰ ਬੰਦੇ ਨੂੰ ਪੁੱਛੋ ਕੀ ਹਾਲ ਹੈ, ਉਹ ਕਹਿੰਦਾ ਮੈਂ ਬਹੁਤ ਬਿਮਾਰ ਹਾਂ। ਤੇਰਾ ਸਿਰ ਤਾਂ ਨਹੀਂ ਪੀੜ ਹੁੰਦਾ? ਮੇਰਾ ਹੋ ਰਿਹਾ, ਦੂਜੇ ਦਾ ਵੀ ਨਜ਼ਰ ਹੁੰਦਾ। ਸੁਖੀ ਨੂੰ ਸਾਰੀ ਦੁਨੀਆ ਸੁਖੀ ਨਜ਼ਰ ਆਉਂਦੀ ਹੈ।
जैसी दृष्टि वैसी सृष्टि है। गुरु घर में आंदे महाराज गुरु ग्रंथ साहब सानू परमेश्वर रूप च दिसते हैं कि इहो जे भी माड़े भागां वाले किताब ही समझते, कहते किताब ही है, बोकी है, इन्नी की सोच है उन्होंने। जैसी दृष्टि वैसी सृष्टि। साध संगत जी, हरमंदर साहब अकाल पुरख परमेश्वर का स्वरूप है, पर देखने वाले का होवे। भट्टां नूं जिस तरह की दृष्टि सी वैसा स्वरूप नजर आ गया। हाँ जी, देन होती तन सीख, उन्होंने महाराज सिक्ख्या देनी सी, किरपा करनी सी, बाकियां नूं नहीं दर्शन होए, भट्टां नूं होए, क्योंकि उन्होंने महाराज ने बांह फड़ के संसार चों कढ़ना सीगा। हाँ जी, सवैया छंद अस स्वरूप देखत विस्माए, ये भट्ट महाराज का ऐसा विस्मादी रूप श्री हरमंदर साहब देख के विस्माद च आ गए, क्योंकि 68 तीर्थां ते जा चुके सन। गंगा, जमुना, सरस्वती, गोदावरी, नर्मदा, जिन्ने तीर्थ ने 68 हिंदुस्तान विच सारियां ते गेड़ा लाया सी। बड़े बड़े साधु महात्मा संतां दे डेरियां ते भी गए सीगे। सन्यासी तपस्या मुखों ए पंडित मिठे, सन्यासी गुरी पुरी, जोगी जंगम बैरागी, बड़े संप्रदावां दे साधुआं कोल भी गए सी। गल बनी नहीं सी। जदों श्री हरमंदर साहब आए, एकदम ही परमेश्वर के दर्शन होए, मन की भटकना सारी मिट गई, विस्माद विच आ गए। दर्शन देखत ही सुध की न सुध रही, बुद्ध की न बुद्ध रही, मत में न मत है, सुरत में न सुरत ओ ध्यान में न ध्यान रह्यो, ज्ञान में न ज्ञान रह्यो, गत में न गत है। महाराज अकाल पुरख के दर्शन देखदे सुध बुद्ध विसर गई। मेरा हृदय सुध बुद्ध विसर गई, मेरा हृदय सुध बुद्ध विसर गई, सुध बुद्ध विसर गई, मेरा हृदय सुध बुद्ध विसर गई, मेरा हृदय सुध बुद्ध विसर गई, मेरा हृदय सुध बुद्ध विसर गई, मन आशा चिंत विसारिया, मैं अंतर वेदन प्रेम की, गुर देखत मन साधारिया। गुरु साहब के स्वरूप दे, अकाल पुरख के स्वरूप दे दर्शन करके भट विस्मादी अवस्था में चले गए। बिस्म 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 ही पई है, लाल गुलाल रंगारे, कहो नानक संतन रस आई है, जो चाक गूंगा मुशकारे। वो रस दसिया नहीं जा सकता। गूंगे ने मिठाई खाधी है, पर उन्होंने पूछिए किन्ना क मिठा सी, दस नहीं सकता। भगतां महापुरुषां नूं भट्टां नूं ऐसा स्वरूप श्री हरमंदर साहब विच अकाल पुरख दा दिखिया है। हर मंदिर में है सुंदर शोभ, श्री हरमंदर साहब विच हरि दे परमेश्वर दे दरबार दे दर्शन होए ने, वो परमेश्वर की शोभा वेखी है। महाविष्णु को रूप मनोहर, महाविष्णु का अकाल पुरख का परमेश्वर का जो संसार दे विश्व के अंदर व्यापक है, उसनों विष्णु कहते हैं। अजकल साध संगत जी घट बुद्धि वाले साडे च कई इहो जिहे हन जिहड़े अखरां ते लड़ाई करी जाते हैं, बई ये जी विष्णु का नाम आ गया तो हिंदुओं का कोई देवता होवेगा। साध संगत जी इत्थे विष्णु का अर्थ अकाल पुरख है। वावा वार वार बिशन संहार, बिशन संहार न आवे हार। गुरु अर्जन साहब सच्चे पातशाह महाराज ने अपनी बाणी विच कहा, वार वार बिशन संहार, बार बार विष्णु याद कर। जे विष्णु याद करेगा तेरा जन्म मरण नहीं होवेगा। वो विष्णु की है जिहड़ा विश्व के अंदर व्यापक है। आ जिन्ना विश्व है ना वर्ल्ड, ये अंदर जिहड़ा व्यापक है उन्होंने विष्णु कहते हैं। वावा वार वार बिशन संहार, बिशन संहार ना आवे हार। जीवन की बाजी हारेगा नहीं, जित जाएगा। सो साध संगत जी महाविष्णु को इत्थे शब्द भाई साहब ने लिखिया, विष्णु नहीं महाविष्णु, जिहड़े अगे करोड़ां विष्णु खड़े हैं। रोज पढ़ते रह रास काल पुरख की देह मोह, कोटक विष्णु महेश। काल पुरख की देह च करोड़ां ही विष्णु हैं, करोड़ां ही शिव जी हैं, करोड़ां ही ब्रह्मे हैं। काल पुरख की देह मोह, कोटक विष्णु महेश। कोट इंद्र, करोड़ा इंद्र हैं। ब्रह्मा किते, ब्रह्मा करोड़ा ने। रावसास करोड़ जिले, चंद सूरज भी करोड़ा ही हैं। आखो सतनाम श्री वाहिगुरू।
ਉਹ ਐਡਾ ਵੱਡਾ ਅਕਾਲ ਪੁਰਖ ਪਰਮੇਸ਼ਰ ਮਹਾਵਿਸ਼ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਉਹਨਾਂ ਭੱਟਾਂ ਨੂੰ ਦਰਸ਼ਨ ਹੋਏ ਅਕਾਲ ਪੁਰਖ ਦੇ। ਹਾਂਜੀ, ਜਿਸ ਹੈ ਧਿਆਨ ਧਰ ਜੋਗੀ ਲੋਭ, ਜਿਹਦੇ ਦਰਸ਼ਨ ਕਰਕੇ ਜੋਗੀ ਕਹਿੰਦੇ ਵੀ ਸਾਨੂੰ ਦਰਸ਼ਨ ਹੋ ਜਾਣ ਤੇ ਅਸੀਂ ਮੁਕਤ ਹੋ ਜਾਈਏ, ਹਜ਼ਾਰਾਂ ਸਾਲ ਤਪੱਸਿਆ ਕਰਦੇ, ਉਸ ਰੂਪ ਦੇ ਦਰਸ਼ਨ ਨਹੀਂ ਹੁੰਦੇ। ਗੁਰੂ ਕਿਰਪਾ ਕਰੇ ਤੇ ਐ ਚੁਟਕੀ ਚ ਕਰਾ ਦਿੰਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਸ ਸਰੂਪ ਦੇ ਦਰਸ਼ਨਾਂ ਲਈ ਜਾਕੋ ਜੋਗੀ ਜਤੀ ਤਪੀ ਪਚਹਾਰੇ, ਅਰਬੋ ਲੋਗ ਸਿਆਣੇ। ਬੜੇ ਬੜੇ ਜੋਗੀ ਜਤੀ ਤਪੀ ਤਪਸਵੀ ਜਿਸ ਪ੍ਰਮਾਤਮਾ ਦੇ ਸਰੂਪ ਦੀ ਇੱਕ ਝਲਕ ਵੇਖਣ ਲਈ ਹਜ਼ਾਰਾਂ ਸਾਲ ਪੁੱਠੇ ਲਟਕ ਲਟਕ ਕੇ ਤਪ ਕਰਦੇ ਮਰ ਗਏ, ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰੂ ਅਰਜਨ ਸਾਹਿਬ ਦੇ ਦਰਬਾਰ ਚੋਂ ਉਸ ਸਰੂਪ ਦੀ ਭੱਟਾਂ ਨੂੰ ਪ੍ਰਾਪਤੀ ਹੋਈ ਹੈ। ਹਾਂਜੀ, ਉਸਤਤ ਕਰਨ ਲਗੇ ਹੋਏ ਠਾਂਡੇ, ਭੱਟ ਖੜੇ ਹੋ ਗਏ ਹਰਿਮੰਦਰ ਸਾਹਿਬ ਦੇ ਅੰਦਰ ਤੇ ਗੁਰੂ ਅਰਜਨ ਸਾਹਿਬ ਦੀ ਉਸਤਤ ਕਰਨ ਲੱਗੇ ਨੇ। ਹਾਂਜੀ, ਜਿਨ ਕੈ ਭਇਓ ਪ੍ਰੇਮ ਕੋ ਛੋਭ, ਮਨ ਵਿੱਚ ਪ੍ਰੇਮ ਜਾਗਿਆ ਹੈ ਤੇ ਪ੍ਰੇਮ ਵਿੱਚ ਉਹਨਾਂ ਨੇ ਗੁਰੂ ਦੇ ਦਰਸ਼ਨ ਕਰਕੇ ਜੋ ਕੁਝ ਬਿਆਨ ਕੀਤਾ, ਉਹ ਭੱਟਾਂ ਦੇ ਸਵਈਏ ਸਾਧ ਸੰਗਤ ਜੀ, ਉਹ ਆਪਾਂ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਕਰਦੇ ਆ। ਭੱਟਾਂ ਨੇ ਬੜੇ ਕਮਾਲ ਦੇ ਸਵਈਏ ਲਿਖੇ ਹੋਏ ਨੇ। ਕੁਝ ਸਵਈਏ ਆਪਾਂ ਆਪਣੀ ਜ਼ੁਬਾਨ ਤੇ ਚੜੇ ਹੋਏ ਨੇ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵੇਖੈ ਵੇਖ ਖਾਹੀ, ਮਾਇਆ ਮੋਹ ਭਰਮ ਭੈ ਭੂਲੇ, ਸੁਤਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਇਹ ਭੱਟਾਂ ਦੇ ਸਵਈਆਂ ਦੀ ਬਾਣੀ ਹੈ। ਏਦਾਂ ਭੱਟ ਮਹਾਰਾਜ ਦੇ ਦਰਬਾਰ 'ਚ ਆ ਗਏ, ਅਕਾਲ ਪੁਰਖ ਦੇ ਸਰੂਪ ਦੇ ਦੀਦਾਰ ਪਾ ਲਏ ਤੇ ਅਕਾਲ ਪੁਰਖ ਦੀ ਉਸਤਤ ਵਿੱਚ ਭੱਟਾਂ ਨੇ ਬਾਣੀ ਰਚੀ। ਪੰਜਾਂ ਪਾਤਸ਼ਾਹੀਆਂ ਦੀ ਉਸਤਤ ਲਿਖੀ। ਸਵਈਏ ਮਹੱਲੇ ਪਹਿਲੇ ਕੇ, ਸਵਈਏ ਮਹੱਲੇ ਦੂਜੇ ਕੇ, ਸਵਈਏ ਮਹੱਲੇ ਤੀਜੇ ਕੇ, ਸਵਈਏ ਮਹੱਲੇ ਚੌਥੇ ਕੇ ਤੇ ਸਵਈਏ ਮਹੱਲੇ ਪੰਜਵੇਂ ਕੇ। ਇਹ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਕਿਵੇਂ ਦਰਜ ਕੀਤੇ, ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਾਧ ਸੰਗਤ ਜੀ, ਆਇਆ ਕਰੋ ਭਾਈ ਗੁਰੂ ਘਰ ਦੇ ਵਿੱਚ, ਗੁਰੂ ਸਾਹਿਬ ਦਾ ਇਤਿਹਾਸ ਤੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਸੁਣਿਆ ਕਰੋ। ਕੱਲ੍ਹ ਨੂੰ ਭਾਈ ਸਾਹਿਬ ਸੁੱਖਾ ਸਿੰਘ ਜੀ ਯੂਕੇ ਵਾਲੇ 7 ਤੋਂ 8 ਹਾਜ਼ਰੀ ਭਰਨਗੇ। ਸਾਰੇ ਨੌਜਵਾਨ ਬੱਚਿਆਂ ਨੂੰ ਖਾਸ ਕਰਕੇ ਬੇਨਤੀ ਹੈ, ਜ਼ਰੂਰ ਹਾਜ਼ਰੀਆਂ ਭਰੋ। ਬਾਕੀ ਸੰਗਤ ਵੀ ਆਵੇ, ਲਾਹਾ ਲਈਏ ਤੇ ਗੁਰੂ ਮਹਾਰਾਜ ਦਾ ਜਸ ਸਰਵਣ ਕਰੀਏ। ਆਉਣ ਵਾਲੇ ਦਿਨਾਂ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ, ਉਹ ਵੀ ਪੰਥ ਪ੍ਰਸਿੱਧ ਵਿਦਵਾਨ, ਇੱਥੇ 17 ਤਰੀਕ ਤੱਕ ਹਾਜ਼ਰੀਆਂ ਭਰਨਗੇ। ਆਪਾਂ ਲਾਹਾ ਪ੍ਰਾਪਤ ਕਰਨਾ ਹੈ, ਜੀਵਨ ਸਫਲਾ ਬਣਾਉਣਾ, ਇਤਨੇ ਬਚਨ ਪ੍ਰਵਾਨ ਕਰਨੇ। ਹੇ ਗੋਬਿੰਦ, ਹੇ ਗੋਪਾਲ।